ਹੈਲੋ ਸਟੂਡੈਂਟਸ, ਆਈ ਐਮ ਵਿਸ਼ਾਲ ਗੋਇਲ। ਡਾਟਾ ਸਟਰਕਚਰ ਦੇ ਅੱਜ ਦੇ ਨੈਕਸਟ ਲੈਕਚਰ 'ਚ ਆਪਾਂ ਦੇਖਾਂਗੇ ਕਿਊ ਡਾਟਾ ਸਟਰਕਚਰ। ਸੋ ਡਾਟਾ ਸਟਰਕਚਰ ਨੂੰ ਬੇਸਿਕਲੀ ਆਪਾਂ ਦੋ ਕੈਟੇਗਰੀਜ਼ 'ਚ ਡਿਵਾਈਡ ਕਰਦੇ ਹਾਂ, ਨੋਨ ਲੀਨੀਅਰ ਡਾਟਾ ਸਟਰਕਚਰ ਐਂਡ ਲੀਨੀਅਰ ਡਾਟਾ ਸਟਰਕਚਰ। ਸੋ ਕਿਊ ਵੀ ਇੱਕ ਲੀਨੀਅਰ ਡਾਟਾ ਸਟਰਕਚਰ ਹੈ। ਇਸ ਤੋਂ ਪਹਿਲਾਂ ਆਪਾਂ ਐਰੇ ਅਤੇ ਸਟੈਕ ਕਰਕੇ ਹਟਿਆ। ਸੋ ਕਿਊ ਵੀ ਇੱਕ ਤਰ੍ਹਾਂ ਦਾ ਲੀਨੀਅਰ ਡਾਟਾ ਸਟਰਕਚਰ ਹੈ। ਸੋ ਵਟ ਇਜ਼ ਏ ਕਿਊ? ਕਿਊ ਕੀ ਹੈ? ਕਿਊ ਇਜ਼ ਐਨ ordered group of homogeneous items of elements। ਸੋ ਇਹ ਵੀ ਐਰੇ ਦੀ ਤਰ੍ਹਾਂ ਕੀ ਹੈ, ਇੱਕ ਲਿਸਟ ਆਫ ਐਲੀਮੈਂਟਸ ਹੈ ਜਿਹੜੀਆਂ ਕਿ ਸੇਮ ਡਾਟਾ ਟਾਈਪਸ ਦੀਆਂ ਹੋਣਗੀਆਂ। ਸੋ ਜਿੱਦਾਂ ਸਟੈਕ ਦੇ ਵਿੱਚ ਲਿਮਿਟੇਸ਼ਨ ਹੁੰਦੀ ਹੈ ਕਿ ਆਪਾਂ ਇੱਕੋ ਹੀ ਐਂਡ ਤੋਂ ਇੰਸਰਸ਼ਨ ਐਂਡ ਡਿਲੀਸ਼ਨ ਆਪਰੇਸ਼ਨਸ ਪਰਫੋਰਮ ਕਰਦੇ ਹਾਂ, ਉਸੇ ਤਰੀਕੇ ਨਾਲ ਕਿਊ ਦੇ ਵਿੱਚ ਕੀ ਹੈ, ਦੋ ਐਂਡਸ ਹੋਣਗੇ। ਸੋ ਕਿਊ ਹੈਵ ਟੂ ਐਂਡਸ। ਐਲੀਮੈਂਟਸ ਆਰ ਐਡਡ ਐਟ ਵਨ ਐਂਡ। ਸੋ ਇੱਕ ਐਂਡ ਤੋਂ ਆਪਾਂ ਐਡ ਕਰ ਸਕਦੇ ਹਾਂ ਐਲੀਮੈਂਟਸ, ਜਿਹਨੂੰ ਆਪਾਂ ਰੀਅਰ ਬੋਲਦੇ ਹਾਂ ਜਾਂ ਟੇਲ, ਅਤੇ ਇੱਕ ਐਂਡ ਤੋਂ ਆਪਾਂ ਰਿਮੂਵ ਕਰ ਸਕਦੇ ਹਾਂ, ਦੂਸਰੇ ਐਂਡ ਤੋਂ ਰਿਮੂਵ ਕਰ ਸਕਦੇ ਐਲੀਮੈਂਟਸ ਨੂੰ, ਜਿਹਨੂੰ ਆਪਾਂ ਫਰੰਟ ਔਰ ਹੈਡ ਬੋਲਦੇ ਹਾਂ। ਸੋ ਜਿਵੇਂ ਕਿ ਆਪਾਂ ਡੇਲੀ ਲਾਈਫ 'ਚ ਦੇਖਦੇ ਹਾਂ ਕਿ ਕਾਫੀ ਤਰ੍ਹਾਂ ਦੀਆਂ ਕਿਊਜ਼ ਆਪਾਂ ਨੂੰ ਐਗਜ਼ਾਮਪਲਸ ਮਿਲ ਜਾਂਦੀਆਂ ਨੇ, ਜਿੱਦਾਂ ਕੋਈ ਵੀ ਟਿਕਟ ਕਾਊਂਟਰ ਹੈ ਜਾਂ ਕੋਈ ਵੀ ਕਿਊ ਲੱਗੀ ਹੋਈ ਹੈ, ਕੋਈ ਵੀ ਲਾਈਨ 'ਚ ਆਪਾਂ ਖੜ੍ਹੇ ਹਾਂ, ਜਿੱਥੋਂ ਕਿ ਫਰੰਟ ਤੋਂ ਕੋਈ ਵੀ ਐਲੀਮੈਂਟ ਡਿਲੀਟ ਹੋਏਗਾ, ਅਤੇ ਅਗਰ ਕੋਈ ਵੀ ਨਵਾਂ ਐਲੀਮੈਂਟ ਐਡ ਹੁੰਦਾ ਹੈ ਤਾਂ ਉਹ ਹਮੇਸ਼ਾ ਰੀਅਰ 'ਤੇ ਐਡ ਹੋਏਗਾ। ਸੋ ਦੀ ਐਲੀਮੈਂਟਸ ਐਡਡ ਫਸਟ ਇਜ਼ ਆਲਸੋ ਰਿਮੂਵਡ ਫਸਟ। ਸੋ ਜਿਹੜਾ ਐਲੀਮੈਂਟ ਸਭ ਤੋਂ ਪਹਿਲਾਂ ਐਡ ਹੋਇਆ ਹੈ ਉਹੀ ਸਭ ਤੋਂ ਪਹਿਲਾਂ ਰਿਮੂਵ ਹੋਏਗਾ। ਇਸੇ ਕਰਕੇ ਕਿਊ ਨੂੰ ਫਸਟ ਇਨ ਫਸਟ ਆਊਟ ਲਿਸਟ ਵੀ ਬੋਲਦੇ ਆ, ਫੀਫੋ। ਸੋ ਕਿਊ ਦੇ ਉੱਤੇ ਬੇਸਿਕ ਆਪਰੇਸ਼ਨਸ ਆਪਾਂ ਕਿਹੜੇ ਪਰਫੋਰਮ ਕਰ ਸਕਦੇ ਆ? ਇੰਸਰਟ ਕੀ ਹੈ? ਐਡ ਐਨ ਐਲੀਮੈਂਟ ਟੂ ਦੀ ਬੈਕ। ਯਾਨੀ ਕਿ ਹਮੇਸ਼ਾ ਜਦੋਂ ਵੀ ਆਪਾਂ ਕੋਈ ਐਲੀਮੈਂਟ ਇੰਸਰਟ ਕਰਦੇ ਹਾਂ ਉਹ ਹਮੇਸ਼ਾ ਬੈਕ 'ਤੇ ਯਾਨੀ ਕਿ ਰੀਅਰ ਐਂਡ 'ਤੇ ਇੰਸਰਟ ਹੁੰਦਾ ਹੈ, ਜਿਹਨੂੰ ਫੋਰਮਲੀ ਇਨ ਕਿਊ ਬੋਲਦੇ ਆਪਾਂ। ਐਂਡ ਡਿਲੀਟ ਕੀ ਹੈ? ਰਿਮੂਵ ਫਰੋਮ ਦੀ ਫਰੰਟ ਐਲੀਮੈਂਟ। ਸੋ ਜਿਹੜਾ ਵੀ ਫਰੰਟ ਦੇ ਉੱਤੇ ਐਲੀਮੈਂਟ ਹੋਏਗਾ ਉਹਨੂੰ ਆਪਾਂ ਡਿਲੀਟ ਕਰ ਸਕਦੇ ਹਾਂ, ਜਿਹਨੂੰ ਆਪਾਂ ਫੋਰਮਲੀ ਡੀ ਕਿਊ ਬੋਲਦੇ ਹਾਂ। ਐਂਡ ਪੀਕ ਕੀ ਹੈ? ਪੀਕ ਜਿਹੜਾ ਵੀ ਫਰੰਟ 'ਤੇ ਐਲੀਮੈਂਟ ਹੈ ਉਹਨੂੰ ਵਿਜ਼ਿਟ ਕਰਨਾ ਜਾਂ ਉਹਨੂੰ ਪ੍ਰਿੰਟ ਕਰਵਾਉਣਾ ਹੈ, ਕੁਛ ਵੀ ਉਹਨੂੰ ਵਿਜ਼ਿਟ ਕਰਕੇ ਆਪਰੇਸ਼ਨ ਪਰਫੋਰਮ ਕਰ ਸਕਦੇ ਹਾਂ। ਸੋ ਇਟ ਇਜ਼ ਨੋਟ ਲੀਗਲ ਟੂ ਐਕਸੈਸ ਦੀ ਐਲੀਮੈਂਟਸ ਇਨ ਦੀ ਮਿਡਲ ਆਫ ਦਾ ਕਿਊ। ਆਪਾਂ ਕਿਊ ਦੇ ਵਿੱਚ ਕੋਈ ਵੀ ਮਿਡਲ ਤੋਂ ਐਲੀਮੈਂਟ ਨੂੰ ਐਕਸੈਸ ਨਹੀਂ ਕਰ ਸਕਦੇ, ਸਿਰਫ ਆਪਾਂ ਫਰੰਟ ਐਂਡ ਤੋਂ ਡਿਲੀਟ ਕਰ ਸਕਦੇ ਹਾਂ ਅਤੇ ਰੀਅਰ ਐਂਡ 'ਤੇ ਇੰਸਰਟ ਕਰ ਸਕਦੇ ਹਾਂ। ਸੋ ਕੰਸੈਪਚੁਅਲ ਵਿਊ ਆਫ ਇਨ ਕਿਊ ਦਾ ਮਤਲਬ ਹੁੰਦਾ ਹੈ ਐਡਿੰਗ ਐਨ ਐਲੀਮੈਂਟ। ਅਗਰ ਕੁਛ ਵੀ ਆਪਾਂ ਐਲੀਮੈਂਟ ਐਡ ਕਰਨਾ ਹੈ ਤਾਂ ਸਪੋਜ਼ ਕਰੋ ਇੱਥੇ ਆਪਣੇ ਕੋਲ 5 ਐਲੀਮੈਂਟਸ ਜਾਂ 5 ਪਰਸਨਸ ਦੀ ਇੱਕ ਕਿਊ ਲੱਗੀ ਹੋਈ ਹੈ, ਜਿਹਦੇ ਵਿੱਚ ਫਰੰਟ ਆਪਾਂ ਨੂੰ ਸ਼ੋ ਹੋ ਰਹੀ ਹੈ। ਅਗਰ ਆਪਾਂ ਕੁਛ ਵੀ ਇੱਥੇ ਐਡ ਕਰਨਾ ਹੈ ਤਾਂ ਐਡ ਹਮੇਸ਼ਾ ਲਾਸਟ ਦੇ ਉੱਤੇ ਹੁੰਦਾ ਹੈ। ਸੋ ਲਾਸਟ 'ਤੇ ਆਪਣੇ ਕੋਲ ਨਵਾਂ ਐਲੀਮੈਂਟ ਐਡ ਹੋ ਜਾਏਗਾ, ਜੋ ਕਿ ਰੀਅਰ ਐਂਡ 'ਤੇ ਆਪਾਂ ਕਹਿ ਸਕਦੇ ਹਾਂ। ਸੋ ਇਹਦੇ ਵਿੱਚ ਬੇਸਿਕਲੀ ਦੋ ਐਂਡ ਆਪਾਂ ਦੇਖਦੇ ਹਾਂ, ਇੱਕ ਫਰੰਟ ਐਂਡ ਹੈ ਅਤੇ ਇੱਕ ਰੀਅਰ ਐਂਡ ਹੈ। ਅਗਰ ਕੋਈ ਵੀ ਐਲੀਮੈਂਟ ਐਡ ਕਰਨਾ ਹੈ ਤਾਂ ਉਹ ਹਮੇਸ਼ਾ ਰੀਅਰ ਐਂਡ 'ਤੇ ਹੋਏਗਾ, ਅਤੇ ਅਗਰ ਆਪਾਂ ਕੋਈ ਵੀ ਐਲੀਮੈਂਟ ਨੂੰ ਡਿਲੀਟ ਕਰਨਾ ਹੈ ਤਾਂ ਡਿਲੀਟ ਹਮੇਸ਼ਾ ਫਰੰਟ ਐਂਡ ਤੋਂ ਹੋਏਗਾ। ਸੋ ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਕਿਊ ਦੇ ਵਿੱਚ ਦੋ ਐਂਡ ਹੁੰਦੇ ਨੇ, ਫਰੰਟ ਐਂਡ ਰੀਅਰ ਐਂਡ। ਅਗਰ ਕੁਛ ਵੀ ਡਿਲੀਟ ਕਰਨਾ ਹੈ ਤਾਂ ਫਰੰਟ ਤੋਂ ਡਿਲੀਟ ਹੋਏਗਾ, ਅਗਰ ਕੁਛ ਵੀ ਐਡ ਕਰਨਾ ਹੈ ਤਾਂ ਰੀਅਰ ਐਂਡ 'ਤੇ ਐਡ ਹੋਏਗਾ। ਸੋ ਕਿਊ ਨੂੰ ਆਪਾਂ ਇੰਪਲੀਮੈਂਟ ਕਿਵੇਂ ਕਰਦੇ ਹਾਂ? ਐਰੇ ਇੰਪਲੀਮੈਂਟੇਸ਼ਨ ਆਫ ਏ ਕਿਊ। ਅਗਰ ਆਪਾਂ ਕਿਊ ਨੂੰ ਐਰੇ ਨਾਲ ਇੰਪਲੀਮੈਂਟ ਕਰ ਰਹੇ ਹਾਂ, ਲਿੰਕ ਲਿਸਟ ਨਾਲ ਵੀ ਕਰ ਸਕਦੇ ਹਾਂ, ਬਟ ਉਹ ਆਪਾਂ ਬਾਅਦ 'ਚ ਦੇਖਾਂਗੇ। ਸੋ ਐਰੇ ਇੰਪਲੀਮੈਂਟੇਸ਼ਨ ਆਫ ਕਿਊ, ਉਹਦੇ ਵਿੱਚ ਵੀ ਆਪਣੇ ਕੋਲ ਦੋ ਅਪਰੋਚ ਨੇ। ਫਸਟ ਅਪਰੋਚ ਕੀ ਹੈ ਕਿ ਆਪਾਂ ਐਰੇ ਦੇ ਵਿੱਚ ਜਿਹੜਾ ਫਰੰਟ ਐਂਡ ਹੈ ਉਹਨੂੰ ਫਿਕਸ ਰੱਖਾਂਗੇ। ਫਿਕਸ ਮਤਲਬ ਕਿ ਹਮੇਸ਼ਾ ਜਿਹੜਾ ਫਰੰਟ ਹੈ ਉਹ 0 ਨੂੰ ਰਿਪਰਜੈਂਟ ਕਰੇਗਾ, ਇੰਡੈਕਸ 0 ਨੂੰ। ਸੋ ਯੂਜ਼ ਐਨ ਐਰੇ ਇਨ ਵਿਚ ਇੰਡੈਕਸ 0 ਰਿਪਰਜੈਂਟ ਵਨ ਐਂਡ ਆਫ ਦੀ ਕਿਊ, ਜਿਹਨੂੰ ਆਪਾਂ ਫਰੰਟ ਬੋਲਾਂਗੇ। ਯਾਨੀ ਕਿ ਹੁਣ ਜਦੋਂ ਵੀ ਤੁਸੀਂ ਕੋਈ ਐਲੀਮੈਂਟ ਡਿਲੀਟ ਕਰੋਗੇ ਉਹ ਹਮੇਸ਼ਾ 0 ਤੋਂ ਡਿਲੀਟ ਹੋਏਗਾ। ਅਗਰ ਕੁਛ ਵੀ ਐਡ ਕਰਨਾ ਹੈ ਤਾਂ ਉਹ ਹਮੇਸ਼ਾ ਐਂਡ 'ਤੇ ਐਡ ਹੋਏਗਾ। ਅਤੇ ਐਂਡ ਆਪਾਂ ਨੂੰ ਕਿੱਥੋਂ ਪਤਾ ਲੱਗਿਆ? ਇੱਕ ਕਾਊਂਟ ਵੇਰੀਏਬਲ ਤੋਂ। ਸੋ ਇੰਟੀਜਰ ਵੈਲਿਊ ਕਾਊਂਟ ਰਿਪਰਜੈਂਟਸ ਦੀ ਨੰਬਰ ਆਫ ਐਲੀਮੈਂਟਸ ਇਨ ਦੀ ਐਰੇ। ਸੋ ਕਾਊਂਟ ਦਾ ਮਤਲਬ ਕੀ ਹੈ ਕਿ ਐਰੇ ਦੇ ਵਿੱਚ ਇਸ ਟਾਈਮ 'ਤੇ ਕਿੰਨੇ ਐਲੀਮੈਂਟਸ ਨੇ, ਯਾਨੀ ਕਿ ਆਪਾਂ ਨੂੰ ਰੀਅਰ ਐਂਡ ਦੀ ਇਨਫੋਰਮੇਸ਼ਨ ਕਿੱਥੋਂ ਮਿਲੇਗੀ? ਕਾਊਂਟ ਵੇਰੀਏਬਲ ਤੋਂ। ਸੋ ਦੀ ਐਲੀਮੈਂਟ ਐਟ ਦੀ ਰੀਅਰ ਆਫ ਦਾ ਕਿਊ ਇਜ਼ ਇਨ ਪੋਜੀਸ਼ਨ ਕਾਊਂਟ -1। ਸਪੋਜ਼ ਕਰੋ ਆਪਣੇ ਕੋਲ 4 ਐਲੀਮੈਂਟਸ ਨੇ ਕਿਸੇ ਕਿਊ ਦੇ ਵਿੱਚ, ਤਾਂ ਉਹ 4 ਐਲੀਮੈਂਟ ਕਿੱਥੇ ਕਿੱਥੇ ਹੋਣਗੇ? ਇੰਡੈਕਸ 0, 1, 2 ਐਂਡ 3। ਸੋ ਕਾਊਂਟ ਦੀ ਵੈਲਿਊ ਕਿੰਨੀ ਹੋਈ? 4, ਬਟ ਜਿਹੜਾ ਰੀਅਰ ਐਂਡ ਹੈ ਉਹ ਕਿੱਥੇ ਹੋਏਗਾ? 3 ਦੇ ਉੱਤੇ, ਦੈਟ ਇਜ਼ 4 - 1। ਅਤੇ ਸੈਕਿੰਡ ਅਪਰੋਚ ਹੋਏਗੀ ਕਿਊ ਐਜ਼ ਏ ਸਰਕੂਲਰ ਐਰੇ। ਸਰਕੂਲਰ ਐਰੇ ਆਪਾਂ ਕਿਉਂ ਯੂਜ਼ ਕਰਦੇ ਹਾਂ ਉਹ ਪਹਿਲਾਂ ਆਪਾਂ ਦੇਖਦੇ ਹਾਂ ਫਸਟ ਅਪਰੋਚ ਨਾਲ ਕੀ ਡਿਸਐਡਵਾਂਟੇਜ ਹੈ। ਸੋ ਪਹਿਲਾਂ ਆਪਾਂ ਫਸਟ ਅਪਰੋਚ ਦੀ ਇੱਕ ਐਗਜ਼ਾਮਪਲ ਲੈਂਦੇ ਹਾਂ। ਸੋ ਇੱਥੇ ਦੇਖੋ ਆਪਣੇ ਕੋਲ 4 ਐਲੀਮੈਂਟਸ ਨੇ। ਇੱਕ ਆਪਣੇ ਕੋਲ ਕਿਊ ਹੈ ਏ ਕਿਊ ਇੱਕ ਐਰੇ ਹੈ ਜੋ ਕਿ ਕਿਊ ਇੰਪਲੀਮੈਂਟ ਕਰ ਰਹੇ ਹਾਂ ਆਪਾਂ। ਅਤੇ ਇੱਥੇ ਆਪਣੇ ਕੋਲ 4 ਐਲੀਮੈਂਟਸ ਨੇ, ਚਾਰੋਂ ਐਲੀਮੈਂਟਸ ਕਿੱਥੇ ਕਿੱਥੇ ਸਟੋਰ ਨੇ? 0, 1, 2 ਐਂਡ 3 ਇੰਡੈਕਸ ਦੇ ਉੱਤੇ।
ਸੋ ਫਰੰਟ ਹਮੇਸ਼ਾ ਇੱਥੇ ਕਿੱਥੇ ਹੋਏਗਾ 0 ਦੇ ਉੱਤੇ। ਜਦੋਂ ਵੀ ਤੁਸੀਂ ਕੁਝ ਡਿਲੀਟ ਕਰਨਾ ਹੈ ਤਾਂ 0 ਤੋਂ ਡਿਲੀਟ ਕਰਾਂਗੇ। ਤੇ ਕਾਊਂਟ ਦੇ ਵਿੱਚ ਕੀ ਵੈਲਿਊ ਹੈ, ਜਿੰਨੇ ਆਪਣੇ ਕੋਲ ਐਲੀਮੈਂਟਸ ਨੇ। ਸੋ ਇੱਥੇ 4 ਐਲੀਮੈਂਟਸ ਨੇ, ਸੋ ਇਸ ਕਰਕੇ ਕਾਊਂਟ ਦੀ ਵੈਲਿਊ ਕਿੰਨੀ ਹੋਗੀ 4। ਤੇ ਰੀਅਰ ਐਂਡ ਕਿਹੜਾ ਹੋਏਗਾ 4 - 1 ਦੈਟ ਇਜ਼ 3। ਯਾਨੀ ਕਿ ਅਗਰ ਕੁਝ ਵੀ ਨਵਾਂ ਐਡ ਕਰਨਾ ਹੈ ਤਾਂ ਰੀਅਰ ਤੋਂ +1 ਕਰਕੇ ਆਪਾਂ ਐਡ ਕਰਾਂਗੇ। ਸੋ ਅਗਰ ਇੱਥੇ ਆਪਾਂ ਨੇ ਕੁਝ ਐਲੀਮੈਂਟ ਐਡ ਕਰਨਾ ਹੈ ਤਾਂ 4 ਤੇ ਐਡ ਕਰਾਂਗੇ। ਜਿੱਦਾਂ ਕਿ ਇੱਥੇ ਆਪਣੇ ਕੋਲ ਨਵਾਂ ਐਲੀਮੈਂਟ ਐਡ ਹੋ ਰਿਹਾ ਹੈ ਤਾਂ ਹੁਣ ਐਲੀਮੈਂਟ ਕਿੱਥੇ ਐਡ ਹੋਇਆ ਹੈ 4 ਦੇ ਉੱਤੇ। ਤੇ ਕਾਊਂਟ ਦੀ ਵੈਲਿਊ ਇੰਕਰੀਜ਼ ਕਰਕੇ ਕਿੰਨੀ ਹੋ ਗਈ 5। ਬਟ ਇਹ ਤਾਂ ਸਿੰਪਲ ਸੀ ਕਿ ਆਪਾਂ ਇਹਦੇ ਵਿੱਚ ਇੱਕ ਐਲੀਮੈਂਟ ਐਡ ਕੀਤਾ। ਹੁਣ ਸਪੋਜ਼ ਕਰੋ ਆਪਾਂ ਇੱਥੋਂ ਇੱਕ ਐਲੀਮੈਂਟ ਡਿਲੀਟ ਕਰਨਾ ਹੈ ਤਾਂ ਡਿਲੀਟ ਕਿੱਥੋਂ ਕਰਾਂਗੇ ਆਪਾਂ 0 ਤੋਂ। ਫਿਰ ਕੀ ਹੋਏਗਾ, ਦੇਖੋ 0 ਤੋਂ ਆਪਾਂ ਨੇ ਜਿਹੜਾ ਬਲੂ ਬਾਕਸ ਹੈ ਉਹ ਡਿਲੀਟ ਕਰਤਾ ਹੈ। ਤੇ ਉਸ ਤੋਂ ਬਾਅਦ ਜਿਹੜੇ 1 2 3 ਐਂਡ 4 ਦੇ ਉੱਤੇ ਐਲੀਮੈਂਟ ਸੀ ਉਹਨਾਂ ਨੂੰ ਆਪਾਂ 1 ਬਾਈ 1 ਸ਼ਿਫਟ ਕੀਤਾ। ਸੋ ਐਲੀਮੈਂਟ ਇਜ਼ ਰਿਮੂਵਡ ਫਰੋਮ ਐਰੇ ਲੋਕੇਸ਼ਨ 0 ਐਂਡ ਰਿਮੇਨਿੰਗ ਐਲੀਮੈਂਟਸ ਆਰ ਸ਼ਿਫਟਡ ਫੋਰਵਰਡ 1 ਪੋਜੀਸ਼ਨ ਇਨ ਦੀ ਐਰੇ ਐਂਡ ਦੈਨ ਕਾਊਂਟ ਇਜ਼ ਡਿਕਰੀਮੈਂਟਡ। ਸੋ ਪਹਿਲਾਂ 5 ਸੀਗੇ ਐਲੀਮੈਂਟ ਆਪਣੇ ਕੋਲ, ਹੁਣ ਟੋਟਲ ਐਲੀਮੈਂਟਸ ਕਿੰਨੇ ਹੋ ਗਏ 4। ਬਟ ਇਹਦੇ ਵਿੱਚ ਕੀ ਹੈ, ਆਪਾਂ ਨੂੰ ਹਮੇਸ਼ਾ ਜਿੰਨੇ ਵੀ ਐਲੀਮੈਂਟਸ ਨੇ ਉਹ 1 ਬਾਈ 1 ਸ਼ਿਫਟ ਕਰਨੇ ਪੈਣਗੇ ਅਪਵਰਡ। ਸੋ ਵੀ ਹੈਵ ਟੂ ਸ਼ਿਫਟ ਐਲੀਮੈਂਟਸ ਐਵਰੀ ਟਾਈਮ DQ ਆਪਰੇਸ਼ਨ ਇਜ਼ ਪਰਫੋਰਮਡ। ਸੋ ਜਿੰਨੀ ਵਾਰ ਵੀ ਆਪਾਂ ਡਿਲੀਟ ਆਪਰੇਸ਼ਨ ਪਰਫੋਰਮ ਕਰਾਂਗੇ 0 ਵਾਲਾ ਐਲੀਮੈਂਟ ਡਿਲੀਟ ਕਰਕੇ ਬਾਕੀ ਸਾਰੇ ਐਲੀਮੈਂਟਸ ਆਪਾਂ ਨੂੰ 1 ਬਾਈ 1 ਸ਼ਿਫਟ ਕਰਨੇ ਪੈਂਦੇ ਆ। ਸੋ ਵਿਚ ਇਜ਼ ਵੈਰੀ ਟਾਈਮ ਕੰਜ਼ਿਊਮਿੰਗ ਐਂਡ ਐਕਸਪੈਂਸਿਵ। ਇਸ ਕਰਕੇ ਆਪਾਂ ਜਿਹੜੀ ਫਸਟ ਅਪਰੋਚ ਹੈ ਉਹ ਨਹੀਂ ਯੂਜ਼ ਕਰ ਸਕਦੇ। ਸੋ ਸੈਕਿੰਡ ਅਪਰੋਚ ਕੀ ਹੈ, ਕਿਊ ਐਜ਼ ਏ ਸਰਕੂਲਰ ਐਰੇ। ਸਰਕੂਲਰ ਐਰੇ ਦਾ ਮਤਲਬ ਕੀ ਹੈ, ਸਪੋਜ਼ ਤੁਹਾਡੇ ਕੋਲ 10 ਐਲੀਮੈਂਟਸ ਦਾ ਇੱਕ ਕਿਊ ਹੈ ਤਾਂ ਉਹਦੇ 'ਚ ਇੰਡੈਕਸ ਕਿੰਨੇ ਹੋਣਗੇ ਆਪਣੇ ਕੋਲ 0 1 2 3 ਅਪ ਟੂ 9। ਸੋ 0 ਤੋਂ ਲੈ ਕੇ 9 ਤੱਕ ਆਪਣੇ ਕੋਲ ਇੰਡੈਕਸ ਹੋਣਗੇ। ਤਾਂ ਹੁਣ ਜਦੋਂ ਵੀ ਤੁਸੀਂ ਕੁਝ ਡਿਲੀਟ ਕਰਨਾ ਹੈ ਤਾਂ 0 ਤੋਂ ਡਿਲੀਟ ਕਰਾਂਗੇ ਤਾਂ ਇੱਥੇ ਆਪਾਂ 2 ਪੁਆਇੰਟਰ ਲੈ ਕੇ ਚੱਲਾਂਗੇ, ਇੱਕ ਫਰੰਟ ਤੇ ਇੱਕ ਰੀਅਰ। ਪਹਿਲਾਂ ਆਪਾਂ ਡਾਇਗਰਾਮੈਟਿਕਲੀ ਇਹਨੂੰ ਦੇਖ ਲੈਂਦੇ ਹਾਂ। ਸੋ ਦੇਖੋ ਜਿਵੇਂ ਇੱਥੇ ਆਪਣੇ ਕੋਲ ਫਸਟ ਡਾਇਗਰਾਮ ਹੈ। ਸੋ ਫਸਟ ਡਾਇਗਰਾਮ 'ਚ ਆਪਣੇ ਕੋਲ ਕੀ ਹੋ ਰਿਹਾ ਹੈ, ਇਸ ਡਾਇਗਰਾਮ 'ਚ ਕਿ ਆਪਣੇ ਕੋਲ ਫਰੰਟ ਕਿੱਥੇ ਹੈ 0 ਤੇ। ਆਪਾਂ ਨੇ ਸਪੋਜ਼ ਇਹਦੇ 'ਚ 7 ਇਨਕਿਊ ਆਪਰੇਸ਼ਨ ਪਰਫੋਰਮ ਕੀਤੇ ਹੈ। 7 ਇਨਕਿਊ ਆਪਰੇਸ਼ਨ ਮਤਲਬ 7 ਐਲੀਮੈਂਟਸ ਆਪਾਂ ਨੇ ਐਡ ਕਰਤੇ ਇੱਥੇ। ਸੋ ਉਸ ਟਾਈਮ 'ਤੇ ਰੀਅਰ ਆਪਣੇ ਕੋਲ ਇਸ ਲੋਕੇਸ਼ਨ 'ਤੇ ਆ ਗਿਆ। ਸੋ ਰੀਅਰ ਆਪਣੇ ਕੋਲ ਇੱਥੇ ਹੈ ਅਤੇ ਫਰੰਟ 0 ਦੇ ਉੱਤੇ ਹੈ। ਨੈਕਸਟ ਆਪਾਂ ਇਸ ਡਾਇਗਰਾਮ 'ਚ ਦੇਖਦੇ ਹਾਂ, ਇੱਥੇ ਹੁਣ ਆਪਾਂ ਨੇ 5 DQ ਆਪਰੇਸ਼ਨ ਪਰਫੋਰਮ ਕੀਤੇ ਹੈ। ਤਾਂ DQ ਆਪਰੇਸ਼ਨ ਨਾਲ ਕੀ ਹੋਇਆ, ਆਪਾਂ 0 1 2 3 ਐਂਡ 4 ਇਹ 4 ਐਲੀਮੈਂਟਸ ਨੂੰ ਡਿਲੀਟ ਕਰਕੇ ਫਰੰਟ ਆਪਣਾ ਅਪਡੇਟ ਹੋ ਗਿਆ ਕਿ ਫਰੰਟ ਹੁਣ ਕਿੱਥੇ ਆ ਗਿਆ ਲੋਕੇਸ਼ਨ 5 ਦੇ ਉੱਤੇ ਅਤੇ ਰੀਅਰ ਕਿੱਥੇ ਹੈ ਇਸ ਪੁਆਇੰਟ 'ਤੇ। ਯਾਨੀ ਕਿ ਹੁਣ ਆਪਣੇ ਕੋਲ ਐਲੀਮੈਂਟਸ ਸਿਰਫ ਇਹ 2 ਬਚੇ ਨੇ ਅਤੇ ਫਰੰਟ ਆਪਣਾ ਇਸ ਲੋਕੇਸ਼ਨ 'ਤੇ ਹੈ ਅਤੇ ਰੀਅਰ ਇਸ ਲੋਕੇਸ਼ਨ 'ਤੇ। ਹੁਣ ਨੈਕਸਟ ਜਦੋਂ ਆਪਾਂ ਅਗੇਨ 8 ਆਪਰੇਸ਼ਨਸ ਪਰਫੋਰਮ ਕਰਦੇ ਹਾਂ, 8 ਇਨਕਿਊ ਆਪਰੇਸ਼ਨਸ ਯਾਨੀ ਕਿ ਐਲੀਮੈਂਟਸ ਇੰਸਰਟ ਕਰਦੇ ਹਾਂ, ਤਾਂ ਉਸ ਟਾਈਮ 'ਤੇ ਦੇਖੋ ਜਦੋਂ ਆਪਣੇ ਕੋਲ 12 'ਤੇ ਪਹੁੰਚੇ ਜਾਂਦੇ ਆਪਾਂ, 12 ਤੋਂ ਬਾਅਦ ਅਗੇਨ ਜਿਹੜਾ ਨੈਕਸਟ ਐਲੀਮੈਂਟ ਹੈ 0 ਐਂਡ 1 'ਤੇ ਆਪਾਂ ਸਟੋਰ ਕਰ ਸਕਦੇ ਹਾਂ। ਸੋ ਇੱਥੇ ਆਪਣੇ ਕੋਲ ਲਿਸਟ ਕਿੱਥੋਂ ਸਟਾਰਟ ਹੋ ਰਹੀ ਹੈ ਫਰੰਟ ਤੋਂ, ਅਤੇ ਲਿਸਟ ਆਪਣੇ ਕੋਲ ਇਹ ਜਾ ਕੇ ਖ਼ਤਮ ਹੋ ਰਹੀ ਹੈ ਰੀਅਰ ਦੇ ਉੱਤੇ। ਸੋ ਇਸ ਤਰੀਕੇ ਨਾਲ ਸਰਕੂਲਰ ਕਿਊ ਨੂੰ ਆਪਣਾ ਇੰਪਲੀਮੈਂਟ ਕਰਾਂਗੇ। ਸੋ ਇੱਥੇ ਧਿਆਨ ਰੱਖਣਾ ਕਿ ਆਪਾਂ ਫਰੰਟ ਅਤੇ ਰੀਅਰ ਦਾ ਰਿਕਾਰਡ ਰੱਖਾਂਗੇ ਕਿ ਫਰੰਟ ਇਸ ਟਾਈਮ 'ਤੇ ਕਿੱਥੇ ਹੈ ਅਤੇ ਰੀਅਰ ਕਿੱਥੇ ਹੈ, ਜਿੱਥੋਂ ਆਪਾਂ ਲਿਸਟ ਨੂੰ ਟਰੈਵਰਸ ਕਰ ਸਕਦੇ ਹਾਂ। ਸੋ ਦੁਬਾਰਾ ਦੇਖੋ ਸੈਕਿੰਡ ਅਪਰੋਚ ਕੀ ਹੈ ਕਿ ਕਿਊ ਨੂੰ ਆਪਾਂ ਐਜ਼ ਏ ਸਰਕੂਲਰ ਐਰੇ ਇੰਪਲੀਮੈਂਟ ਕਰਾਂਗੇ। ਸੋ ਇਫ ਵੀ ਡੋਂਟ ਫਿਕਸ ਵਨ ਐਂਡ ਆਫ ਦਾ ਕਿਊ ਐਟ ਇੰਡੈਕਸ 0, ਜਿੱਦਾਂ ਕਿ ਆਪਾਂ ਫਸਟ ਅਪਰੋਚ 'ਚ ਕਰਦੇ ਸੀ, ਦੈਨ ਵੀ ਵੋਂਟ ਹੈਵ ਟੂ ਸ਼ਿਫਟ ਐਲੀਮੈਂਟਸ। ਹੁਣ ਆਪਾਂ ਐਲੀਮੈਂਟਸ ਨੂੰ ਨਹੀਂ ਸ਼ਿਫਟ ਕਰਾਂਗੇ ਇਸ 'ਚ, ਰਾਦਰ ਦੈਨ ਆਪਾਂ ਆਪਣੇ ਪੁਆਇੰਟਰਸ ਨੂੰ ਸ਼ਿਫਟ ਕਰਾਂਗੇ, ਫਰੰਟ ਐਂਡ ਰੀਅਰ ਪੁਆਇੰਟਰ। ਸੋ ਸਰਕੂਲਰ ਐਰੇ ਇਜ਼ ਐਨ ਐਰੇ ਦੈਟ ਕਨਸੈਪਚੁਅਲੀ ਲੂਪਸ ਅਰਾਊਂਡ ਔਨ ਇਟਸੈਲਫ। ਲੂਪਸ ਦਾ ਮਤਲਬ ਕੀ ਹੈ, ਅਗਰ ਆਪਣੇ ਕੋਲ 10 ਐਲੀਮੈਂਟਸ ਨੇ 0 ਤੋਂ ਲੈ ਕੇ 9 ਤੱਕ, ਤਾਂ 9 ਤੋਂ ਬਾਅਦ ਆਪਾਂ ਦੁਬਾਰਾ 0 ਤੇ ਆ ਜਾਵਾਂਗੇ। ਇਸੇ ਤਰੀਕੇ ਨਾਲ 1 ਬਾਈ 1 ਆਪਾਂ ਐਲੀਮੈਂਟਸ ਨੂੰ ਇੰਸਰਟ ਔਰ ਡਿਲੀਟ ਕਰਦੇ ਜਾਵਾਂਗੇ। ਸੋ ਇੱਥੇ ਆਪਾਂ ਮੰਨ ਕੇ ਚੱਲਾਂਗੇ ਕਿ 9 ਤੋਂ ਬਾਅਦ ਇੰਡੈਕਸ ਆ ਰਿਹਾ 0 ਅਤੇ 0 ਤੋਂ ਪਹਿਲਾਂ ਇੰਡੈਕਸ ਆ ਰਿਹਾ 9। ਸੋ ਦੀ ਲਾਸਟ ਇੰਡੈਕਸ ਇਜ਼ ਥੋਟ ਟੂ ਪ੍ਰੋਸੀਡ ਇੰਡੈਕਸ 0, ਯਾਨੀ ਕਿ ਲਾਸਟ ਇੰਡੈਕਸ ਤੋਂ ਬਾਅਦ ਕਿਹੜਾ ਇੰਡੈਕਸ ਆ ਰਿਹਾ 0, 9 ਤੋਂ ਬਾਅਦ 0 ਆ ਰਿਹਾ। ਸੋ ਇਫ ਇਨ ਐਰੇ whose last index is n, अगर लास्ट इंडेक्स n है then the location before index 0 is index n, यानी कि 0 ਤੋਂ ਪਹਿਲਾਂ ਆਪਾਂ n ਮੰਨਾਂਗੇ ਅਤੇ n ਤੋਂ ਬਾਅਦ 0 ਮੰਨਾਂਗੇ। ਸੋ ਜਿੱਦਾਂ ਕਿ ਆਪਾਂ ਨੂੰ ਇੱਥੇ ਡਾਇਗਰਾਮ 'ਚ ਸ਼ੋ ਹੋ ਰਿਹਾ 12 ਤੋਂ ਬਾਅਦ 0 ਅਤੇ 0 ਤੋਂ ਪਹਿਲਾਂ ਕੀ ਮੰਨ ਕੇ ਚੱਲ ਰਹੇ ਆਪਾਂ 12। ਸੋ ਇੱਥੇ ਡਾਇਗਰਾਮ ਨੂੰ ਧਿਆਨ ਨਾਲ ਦੇਖੋ, 1 ਬਾਈ 1 ਆਪਾਂ ਆਪਰੇਸ਼ਨ ਵਾਈਜ਼ ਚੱਲਦੇ ਹਾਂ ਕਿ ਫਰੰਟ ਅਤੇ ਰੀਅਰ ਨੂੰ ਆਪਾਂ ਕਿਸ ਤਰੀਕੇ ਨਾਲ ਅਪਡੇਟ ਕਰਨਾ ਹੈ।
ਸੋ ਫਸਟ ਦੇਖੋ ਜਦੋਂ ਫਰੰਟ ਕੋਈ ਵੀ ਐਲੀਮੈਂਟ ਲਿਸਟ ਦੇ ਵਿੱਚ ਨਹੀਂ ਹੈ ਤਾਂ ਉਸ ਟਾਈਮ ਤੇ ਫਰੰਟ ਤੇ ਰੀਅਰ ਦੋਨਾਂ ਦੀ ਵੈਲਿਊ ਨਲ ਵੈਲਿਊ ਹੋਏਗੀ। ਕੋਈ ਵੀ ਆਪਾਂ ਇੱਕ ਨਲ ਵੈਲਿਊ ਡਿਸਾਈਡ ਕਰ ਸਕਦੇ ਹਾਂ, ਚਾਹੇ ਉਹ -1 ਹੋਵੇ। ਸੋ ਆਪਾਂ ਮੰਨ ਕੇ ਚੱਲਦੇ ਹਾਂ ਕਿ ਸਭ ਤੋਂ ਸਟਾਰਟਿੰਗ 'ਚ ਜਦੋਂ ਐਲੀਮੈਂਟ ਕੋਈ ਵੀ ਨਹੀਂ ਹੈ ਕਿਊ ਦੇ ਵਿੱਚ ਤਾਂ ਉਸ ਟਾਈਮ ਤੇ ਫਰੰਟ ਤੇ ਰੀਅਰ ਦੋਨੋਂ ਕੀ ਨੇ, -1 ਨੇ। ਸੋ ਜਦੋਂ ਆਪਾਂ ਫਸਟ ਐਲੀਮੈਂਟ ਇਨਸਰਟ ਕਰਾਂਗੇ, ਯਾਨੀ ਕਿ ਫਸਟ ਐਲੀਮੈਂਟ 'ਤੇ ਆਪਾਂ ਚੈੱਕ ਕਰਾਂਗੇ ਅਗਰ ਫਰੰਟ ਤੇ ਰੀਅਰ ਦੋਨੋਂ -1 ਨੇ ਤਾਂ ਉਸ ਟਾਈਮ ਤੇ ਦੇਖੋ ਹੁਣ ਫਸਟ 'ਚ ਆਪਾਂ 2 ਇਨਸਰਟ ਕਰ ਰਹੇ ਇੱਥੇ, ਤਾਂ 2 ਇਨਸਰਟ ਕਰਕੇ ਫਰੰਟ ਤੇ ਰੀਅਰ ਦੋਨੋਂ ਕੀ ਹੋ ਗਏ, 0 ਤੇ ਆ ਗਏ। ਦੈਨ ਉਸ ਤੋਂ ਬਾਅਦ ਹੁਣ ਜਦੋਂ ਵੀ ਕੋਈ ਆਪਾਂ ਐਲੀਮੈਂਟ ਇਨਸਰਟ ਕਰਨਾ ਤਾਂ ਆਪਾਂ ਰੀਅਰ ਨੂੰ ਅਪਡੇਟ ਕਰਾਂਗੇ। ਨੈਕਸਟ ਆਪਾਂ ਨੇ 3 ਇਨਸਰਟ ਕੀਤਾ ਤਾਂ ਰੀਅਰ ਆਪਣਾ ਕਿੱਥੇ ਆ ਗਿਆ, 1 ਤੇ, ਫਰੰਟ ਉੱਥੇ ਹੀ ਰਹੇਗਾ 0 ਦੇ ਉੱਤੇ, ਕਿਉਂਕਿ ਆਪਾਂ ਫਰੰਟ ਤੋਂ ਡਿਲੀਟ ਕਰਾਂਗੇ ਤੇ ਇਨਸਰਟ ਕਿੱਥੇ ਕਰ ਰਹੇ ਹਾਂ, ਰੀਅਰ ਤੇ। ਅਗੇਨ ਹੁਣ ਨੈਕਸਟ ਆਪਾਂ 5 ਇਨਸਰਟ ਕਰਨਾ ਹੈ ਤਾਂ 5 ਇਨਸਰਟ ਕਰਨ ਲੱਗੇ ਆਪਾਂ ਰੀਅਰ ਨੂੰ ਫੇਰ ਅਪਡੇਟ ਕਰਤਾ। ਹੁਣ ਇਸ ਟਾਈਮ ਤੇ ਫਰੰਟ 0 ਹੈ ਤੇ ਰੀਅਰ 2 ਹੈ। ਨੈਕਸਟ ਹੁਣ ਆਪਾਂ ਡੀਕਿਊ ਆਪਰੇਸ਼ਨ ਪਰਫੋਰਮ ਕਰ ਰਹੇ ਹਾਂ। ਡੀਕਿਊ ਆਪਰੇਸ਼ਨ ਯਾਨੀ ਕਿ ਡਿਲੀਟ ਕਰਨਾ ਹੈ ਤਾਂ ਡਿਲੀਟ ਆਪਾਂ ਫਰੰਟ ਤੋਂ ਕਰਦੇ ਹੁੰਦੇ ਹਾਂ। ਸੋ ਫਰੰਟ ਤੋਂ ਆਪਾਂ ਨੇ 2 ਐਲੀਮੈਂਟ ਡਿਲੀਟ ਕਰਤਾ ਤੇ ਹੁਣ ਫਰੰਟ ਕਿੱਥੇ ਆ ਗਿਆ ਆਪਣਾ, 1 ਦੇ ਉੱਤੇ, ਯਾਨੀ ਕਿ 3 ਐਲੀਮੈਂਟ ਆਪਣਾ ਫਸਟ ਐਲੀਮੈਂਟ ਹੈ ਤੇ ਸੈਕਿੰਡ ਐਲੀਮੈਂਟ ਹੈ 5। ਅਗੇਨ ਡਿਲੀਟ ਆਪਰੇਸ਼ਨ ਪਰਫੋਰਮ ਕਰਨਾ ਹੈ ਤਾਂ ਫਰੰਟ ਤੋਂ ਆਪਾਂ ਨੇ 3 ਨੂੰ ਡਿਲੀਟ ਕਰਤਾ ਤੇ ਫਰੰਟ ਅਪਡੇਟ ਹੋ ਕੇ ਆ ਗਿਆ 2 ਦੇ ਉੱਤੇ। ਸੋ ਹੁਣ ਇੱਥੇ ਫਰੰਟ ਵੀ 2 ਹੈ ਤੇ ਰੀਅਰ ਵੀ 2 ਹੈ। ਨੈਕਸਟ ਹੁਣ ਆਪਾਂ ਨੇ 10 ਇਨਸਰਟ ਕਰਨਾ ਹੈ ਤਾਂ 10 ਇਨਸਰਟ ਹੋਏਗਾ 3 ਲੋਕੇਸ਼ਨ ਦੇ ਉੱਤੇ, ਕਿਉਂਕਿ ਰੀਅਰ ਆਪਾਂ ਇੱਕ ਇੰਕਰੀਜ਼ ਕਰਤਾ, ਇੱਥੇ ਰੀਅਰ ਕਿੱਥੇ ਆ ਗਿਆ, 3 ਤੇ। ਅਗੇਨ ਹੁਣ ਆਪਾਂ ਸਪੋਜ਼ ਕਰੋ 20 ਇਨਸਰਟ ਕਰਨਾ ਇੱਥੇ ਤਾਂ 20 ਕਿੱਥੇ ਇਨਸਰਟ ਹੋਏਗਾ, 3 ਤੋਂ ਬਾਅਦ ਆਪਣੇ ਕੋਲ ਕੋਈ ਲੋਕੇਸ਼ਨ ਨਹੀਂ ਹੈ ਬਟ ਆਪਣੇ ਕੋਲ 0 ਐਂਡ 1 ਫ੍ਰੀ ਪਏ ਨੇ ਤਾਂ ਆਪਾਂ ਮੰਨ ਕੇ ਚੱਲ ਰਹੇ ਹਾਂ 5 10 ਉਸ ਤੋਂ ਬਾਅਦ ਆਪਾਂ 20 ਇੱਥੇ ਸਟੋਰ ਕਰ ਸਕਦੇ ਹਾਂ, ਜਿੱਦਾਂ ਕਿ ਨੈਕਸਟ ਡਾਇਗਰਾਮ 'ਚ ਇੱਥੇ ਆਪਾਂ ਨੂੰ ਸ਼ੋ ਹੋ ਰਿਹਾ। ਸੋ ਦੇਖੋ ਫਰੰਟ ਹੁਣ ਕਿੱਥੇ ਹੈ, 2 ਦੇ ਉੱਤੇ, ਫਰੰਟ 5 ਦੈਨ 10, ਉਸ ਤੋਂ ਬਾਅਦ 10 ਤੋਂ ਬਾਅਦ ਆਪਾਂ ਅਗੇਨ ਕਿੱਥੇ ਆ ਰਹੇ ਹਾਂ, 20, ਯਾਨੀ ਕਿ ਇੰਡੈਕਸ ਇੱਥੇ ਆਪਣੇ ਕਿੰਨੇ ਚੱਲ ਰਹੇ ਨੇ, ਫਰੰਟ ਪਹਿਲਾਂ 2 ਤੇ ਹੈ ਦੈਨ 3 ਤੋਂ ਬਾਅਦ ਅਗੇਨ 0। ਸੋ ਇਸ ਤਰੀਕੇ ਨਾਲ ਸਰਕੂਲਰ ਕਿਊ ਨੂੰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ। ਸੋ ਜਿੱਦਾਂ ਡਾਇਗਰਾਮ 'ਚ ਇੱਥੇ ਆਪਾਂ ਨੂੰ ਸ਼ੋ ਹੋ ਰਿਹਾ ਹੈ ਕਿ ਪਹਿਲਾਂ ਆਪਣੇ ਕੋਲ 0 ਹੈ, ਫਿਰ 1 2 3 ਤੋਂ ਬਾਅਦ ਅਗੇਨ 0। ਸੋ ਇਸ ਤਰੀਕੇ ਨਾਲ ਸਰਕੂਲਰ ਕਿਊ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਸੋ ਇੱਥੇ ਕੰਡੀਸ਼ਨ ਧਿਆਨ ਨਾਲ ਦੇਖੋ ਕੀ ਹੋਏਗੀ, ਅਗਰ ਰੀਅਰ ਇਜ਼ ਇਕੁਅਲ ਟੂ ਮੈਕਸ ਕਿਊ -1। ਸੋ ਮੈਕਸ ਕਿੱਥੇ ਕਿੰਨਾ ਇੱਥੇ 4, ਯਾਨੀ ਕਿ ਆਪਣੇ ਕੋਲ 4 ਐਲੀਮੈਂਟਸ ਨੇ। ਅਗਰ ਰੀਅਰ ਆਪਣਾ 4 -1 ਯਾਨੀ ਕਿ 3 ਦੇ ਉੱਤੇ ਖੜਾ ਹੈ ਦੈਨ ਰੀਅਰ ਆਪਾਂ ਕਿੰਨਾ ਕਰ ਦਾਂਗੇ, 0, ਅਦਰਵਾਈਜ਼ ਰੀਅਰ ਨੂੰ ਸਿੰਪਲੀ ਇੱਕ +1 ਕਰਾਂਗੇ। ਸੋ ਇਸ ਤਰੀਕੇ ਨਾਲ ਆਪਾਂ ਰੀਅਰ ਨੂੰ ਅਪਡੇਟ ਕਰਨਾ ਹੈ ਕੁਛ ਵੀ ਇਨਸਰਟ ਕਰਨ ਲੱਗੇ। ਸੋ ਅਗਰ ਤਾਂ ਰੀਅਰ ਦੀ ਵੈਲਿਊ ਮੈਕਸ -1 ਹੈ ਯਾਨੀ ਕਿ 4 -1 3 ਹੈ ਤਾਂ 3 ਤੋਂ ਬਾਅਦ ਘੁੰਮ ਕੇ ਕਿੱਥੇ ਆਏਗਾ, 0 ਤੇ, ਅਦਰਵਾਈਜ਼ ਰੀਅਰ ਇਜ਼ ਇਕੁਅਲ ਟੂ ਰੀਅਰ +1। ਸੋ ਇਸ ਤਰੀਕੇ ਨਾਲ ਆਪਾਂ ਰੀਅਰ ਨੂੰ ਅਪਡੇਟ ਕਰਨਾ ਹੈ। ਸੋ ਇਹ ਕੰਡੀਸ਼ਨ ਨੂੰ ਧਿਆਨ 'ਚ ਰੱਖਣਾ ਹੈ ਕਿਉਂਕਿ ਐਲਗੋਰਿਦਮ ਟਾਈਮ 'ਤੇ ਇਹ ਕੰਡੀਸ਼ਨ ਕਾਫੀ ਯੂਜ਼ਫੁਲ ਹੋਏਗੀ। ਸੋ ਨੈਕਸਟ ਇੱਕ ਹੋਰ ਕੇਸ ਦੇਖੋ, ਸਪੋਜ਼ ਆਪਣੇ ਕੋਲ ਹੁਣ ਲਿਸਟ ਹੈ 5 10 ਐਂਡ ਦੈਨ 20, ਕਿਉਂਕਿ ਲਿਸਟ ਆਪਾਂ ਕਿੱਥੋਂ ਸਟਾਰਟ ਕਰਦੇ ਹਾਂ, ਫਰੰਟ ਤੋਂ। ਸੋ ਫਰੰਟ ਆਪਣਾ 5 ਦੈਨ 10 ਐਂਡ ਦੈਨ 20। ਹੁਣ ਆਪਾਂ ਇੱਕ ਹੋਰ ਐਲੀਮੈਂਟ ਇਨਸਰਟ ਕਰਨਾ ਹੈ ਤਾਂ ਕੀ ਇਨਸਰਟ ਕੀਤਾ ਆਪਾਂ ਨੇ, 30, ਤਾਂ ਹੁਣ ਰੀਅਰ ਕਿੱਥੇ ਆ ਗਿਆ, 1 ਦੇ ਉੱਤੇ। ਦੈਨ ਰੀਅਰ ਅਗਰ 1 ਤੇ ਹੈ, ਹੁਣ ਰੀਅਰ 1 ਤੇ ਹੈ ਤੇ ਫਰੰਟ ਕਿੱਥੇ ਆਪਣਾ 2 ਤੇ। ਹੁਣ ਆਪਾਂ ਇੱਕ ਹੋਰ ਐਲੀਮੈਂਟ ਇਨਸਰਟ ਕਰਨਾ ਹੈ 50, ਕੀ ਉਹਨੂੰ ਆਪਾਂ ਇਨਸਰਟ ਕਰ ਸਕਦੇ ਹਾਂ, ਨੋ, ਕਿਉਂਕਿ ਇੱਥੇ ਲਿਸਟ ਕੀ ਹੈ, ਫੁੱਲ ਹੈ। ਤਾਂ ਫੁੱਲ ਜਦੋਂ ਲਿਸਟ ਹੋ ਰਹੀ ਹੈ, ਜਾਂ ਤਾਂ ਲਿਸਟ ਕਦੋਂ ਫੁੱਲ ਹੋਏਗੀ, ਸਪੋਜ਼ ਕਰੋ ਆਪਾਂ ਬਿਲਕੁਲ ਫਸਟ ਕੇਸ 'ਤੇ ਖੜ੍ਹੇ ਹਾਂ ਕਿ ਫਰੰਟ ਆਪਣਾ 0 ਹੈ, 1 ਬਾਈ 1 ਆਪਾਂ ਐਲੀਮੈਂਟ ਇਨਸਰਟ ਕਰ ਰਹੇ ਹਾਂ ਅਤੇ ਰੀਅਰ ਕਿੱਥੇ ਪਹੁੰਚ ਜੂਗਾ ਉਦੋਂ, 3 ਤੇ। ਸੋ ਜਾਂ ਤਾਂ ਲਿਸਟ ਉਦੋਂ ਫੁੱਲ ਹੋਏਗੀ ਜਾਂ ਫਿਰ ਹੁਣ ਜਿੱਦਾਂ ਆਪਾਂ ਨੂੰ ਸ਼ੋ ਹੋ ਰਹੀ ਹੈ ਲਿਸਟ ਇੱਥੇ ਫੁੱਲ ਹੋ ਰਹੀ ਹੈ। ਤਾਂ ਇੱਥੇ ਆਪਣੇ ਕੋਲ ਕੰਡੀਸ਼ਨ ਕੀ ਹੋ ਰਹੀ ਹੈ, ਅਗਰ ਰੀਅਰ +1 ਇਜ਼ ਇਕੁਅਲ ਟੂ ਫਰੰਟ ਹੈ। ਸੋ ਰੀਅਰ ਦੀ ਵੈਲਿਊ 1 ਹੈ, 1 + 1 ਇਜ਼ ਇਕੁਅਲ ਟੂ 2। ਸੋ ਫਰੰਟ ਦੀ ਵੈਲਿਊ 2 ਹੈ। ਸੋ ਇਸ ਕਰਕੇ ਅਗਰ ਆਪਣੇ ਕੋਲ ਇਹ ਕੰਡੀਸ਼ਨ ਆ ਰਹੀ ਹੈ, ਇਟ ਮੀਨਸ ਆਪਣਾ ਕਿਊ ਕੀ ਹੈ, ਫੁੱਲ, ਅਤੇ ਆਪਾਂ ਹੋਰ ਇਹਦੇ ਵਿੱਚ ਐਲੀਮੈਂਟ ਇਨਸਰਟ ਨਹੀਂ ਕਰ ਸਕਦੇ। ਸੋ ਇਹ ਵੀ ਕੰਡੀਸ਼ਨ ਧਿਆਨ 'ਚ ਰੱਖਣੀ ਹੈ। ਸੋ ਨੈਕਸਟ ਹੈ, ਅਗਰ ਆਪਾਂ ਹੁਣ ਇਹਦੇ ਵਿੱਚੋਂ ਐਲੀਮੈਂਟ ਨੂੰ ਡਿਲੀਟ ਕਰਨਾ ਹੈ ਤਾਂ ਡਿਲੀਟ ਕਰਨ ਲੱਗੇ ਕੀ ਹੋਏਗਾ, ਫਰੰਟ ਨੂੰ ਆਪਾਂ ਇੱਕ ਅਪਡੇਟ ਕਰ ਦਾਂਗੇ। ਪਹਿਲਾਂ ਫਰੰਟ 2 ਤੇ ਸੀ, ਹੁਣ ਫਰੰਟ ਆ ਗਿਆ 3 ਤੇ। ਅਗੇਨ ਆਪਾਂ ਨੇ ਹੋਰ ਐਲੀਮੈਂਟ ਡਿਲੀਟ ਕੀਤਾ ਤਾਂ 10 ਡਿਲੀਟ ਹੋ ਕੇ ਹੁਣ ਫਰੰਟ ਕਿੱਥੇ ਆ ਗਿਆ, 0 ਤੇ, ਕਿਉਂਕਿ ਫਰੰਟ 3 ਤੋਂ ਬਾਅਦ ਹੁਣ ਘੁੰਮ ਕੇ ਦੁਬਾਰਾ ਕਿੱਥੇ ਆ ਜਾਏਗਾ, 1 ਤੇ। ਅਗੇਨ ਆਪਾਂ ਨੇ ਇੱਕ ਐਲੀਮੈਂਟ ਨੂੰ ਡਿਲੀਟ ਕੀਤਾ, ਸੋ ਇੱਥੇ 20 ਡਿਲੀਟ ਮੰਨ ਕੇ ਚੱਲੋ ਅਤੇ ਫਰੰਟ ਆਪਣਾ ਕਿੱਥੇ ਆ ਗਿਆ, 1 ਤੇ। ਸੋ ਰੀਅਰ ਵੀ 1 ਹੈ ਅਤੇ ਫਰੰਟ ਵੀ 1 ਹੈ। ਨੈਕਸਟ ਹੁਣ ਅਗਰ ਆਪਾਂ ਇਹਨੂੰ ਵੀ ਡਿਲੀਟ ਕਰ ਦਿੰਦੇ ਹਾਂ 30 ਨੂੰ, ਸੋ 30 ਨੂੰ ਅਗਰ ਡਿਲੀਟ ਕਰ ਦਈਏ ਤਾਂ ਲਿਸਟ ਆਪਣੀ ਐਮਪਟੀ ਹੋ ਰਹੀ ਹੈ। ਤਾਂ ਲਿਸਟ ਐਮਪਟੀ ਹੋਣ 'ਤੇ ਆਪਾਂ ਨੇ ਕੀ ਕਰਨਾ ਹੈ,
ਦੁਬਾਰਾ ਇਹਨੂੰ ਇਨੀਸ਼ੀਅਲ ਸਟੇਜ ਤੇ ਲੈ ਆਣਾ ਹੈ ਜਿਸ ਟਾਈਮ ਤੇ ਆਪਣੀ ਲਿਸਟ ਐਮਟੀ ਸੀ। ਸੋ ਇਨੀਸ਼ੀਅਲ ਸਟੇਜ ਕੀ ਸੀ? ਸੋ ਰੀਅਰ ਇਜ਼ ਇਕੁਅਲ ਟੂ ਫਰੰਟ ਇਜ਼ ਇਕੁਅਲ ਟੂ -1। ਸੋ ਦੋਨੋਂ ਵੈਲਿਊਜ਼ ਆਪਾਂ -1 ਕਰ ਦਾਂਗੇ। ਸੋ ਇਸ ਕੇਸ 'ਚ ਆਪਾਂ ਨੇ ਕੀ ਕਰਨਾ ਹੈ, ਰੀਅਰ ਤੇ ਫਰੰਟ ਦੋਨਾਂ ਨੂੰ -1 ਕਰ ਦੇਣਾ ਹੈ। ਸੋ ਜੋ ਆਪਣੀ ਇਨੀਸ਼ੀਅਲ ਸਟੇਜ ਸੀ, ਸੋ ਇਨੀਸ਼ੀਅਲ ਸਟੇਜ ਤੇ ਆਪਾਂ ਇਹੀ ਕਰਦੇ ਹਾਂ, ਰੀਅਰ ਤੇ ਫਰੰਟ ਨੂੰ ਦੋਨਾਂ ਨੂੰ ਆਪਾਂ -1 ਕਰ ਦਿੰਦੇ ਹਾਂ। ਸੋ ਜਦੋਂ ਰੀਅਰ ਤੇ ਫਰੰਟ ਦੋਨੋਂ ਇਕੁਅਲ ਟੂ ਨੇ, ਯਾਨੀ ਕਿ ਦੇਖੋ ਇੱਥੇ ਆਪਣੇ ਕੋਲ ਜਦੋਂ ਰੀਅਰ ਤੇ ਫਰੰਟ ਦੋਨਾਂ ਦੀ ਵੈਲਿਊ 1 ਹੈ, ਇਹਦਾ ਮਤਲਬ ਇੱਥੇ ਸਿਰਫ ਇੱਕੋ ਹੀ ਐਲੀਮੈਂਟ ਹੈ, ਦੈਟ ਇਜ਼ 30। ਸੋ ਜਦੋਂ ਆਪਾਂ ਇਹਨੂੰ ਡਿਲੀਟ ਕਰਾਂਗੇ ਤਾਂ ਆਪਾਂ ਉਸ ਟਾਈਮ ਤੇ ਰੀਅਰ ਤੇ ਫਰੰਟ ਦੋਨਾਂ ਦੀ ਵੈਲਿਊ ਕੀ ਕਰ ਦਾਂਗੇ, -1 ਕਰ ਦਾਂਗੇ। ਸੋ ਇਹ ਚੀਜ਼ ਵੀ ਧਿਆਨ 'ਚ ਰੱਖਣੀ ਹੈ। ਐਲਗੋਰਿਦਮ ਟਾਈਮ ਤੇ ਦੋਨੋਂ ਤਿੰਨੋਂ ਕੰਡੀਸ਼ਨਸ ਕਾਫੀ ਯੂਜ਼ਫੁਲ ਹੋਣਗੀਆਂ। ਸੋ ਹੁਣ ਆਪਾਂ ਐਲਗੋਰਿਦਮ ਦੇਖਦੇ ਹਾਂ। ਸੋ ਐਲਗੋਰਿਦਮ ਫॉर ਡਿਲੀਟ ਆਪਰੇਸ਼ਨ ਇਨ ਕਿਊ। ਡਿਲੀਟ ਆਪਰੇਸ਼ਨ ਨੂੰ ਫਾਰਮਲੀ ਆਪਾਂ ਕੀ ਬੋਲਦੇ ਹਾਂ ਕਿਊ ਦੇ ਵਿੱਚ, ਡੀ ਕਿਊ ਆਪਰੇਸ਼ਨ। ਸੋ ਇੱਥੇ ਸਪੈਲਿੰਗ ਧਿਆਨ ਨਾਲ ਦੇਖ ਲੈਂਦੇ ਹਾਂ ਬਾਈ ਮਿਸਟੇਕਲੀ। ਸੋ ਇੱਥੇ DEQUUE। ਸੋ ਡੀ ਕਿਊ ਆਪਰੇਸ਼ਨ ਹੈ। ਆਈਟਮ ਕੀ ਹੈ? ਐਨ ਐਲੀਮੈਂਟ ਵਿਲ ਬੀ ਡਿਲੀਟਡ ਫਰੋਮ ਦੀ ਫਰੰਟ ਐਂਡ ਸਟੋਰਡ ਇਨ ਆਈਟਮ। ਸੋ ਆਈਟਮ ਦੇ ਵਿੱਚ ਆਪਾਂ ਐਲੀਮੈਂਟ ਨੂੰ ਸਟੋਰ ਕਰਾਂਗੇ ਜੋ ਵੀ ਆਪਾਂ ਡਿਲੀਟ ਕਰ ਰਹੇ ਹਾਂ। ਸੋ ਡਿਲੀਟ ਕਿੱਥੋਂ ਕਰਦੇ ਹਾਂ ਕਿਊ ਦੇ ਵਿੱਚ ਆਪਾਂ? ਹਮੇਸ਼ਾ ਐਲੀਮੈਂਟ ਫਰੰਟ ਤੋਂ। ਇਹ ਚੀਜ਼ ਧਿਆਨ ਰੱਖਣੀ ਹੈ, ਜਦੋਂ ਵੀ ਕੋਈ ਐਲੀਮੈਂਟ ਡਿਲੀਟ ਕਰਨਾ ਕਿੱਥੋਂ ਕਰਦੇ ਹਾਂ ਆਪਾਂ? ਫਰੰਟ ਤੋਂ। ਸੋ ਡਿਲੀਟ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਕੰਡੀਸ਼ਨ ਚੈੱਕ ਕਰਾਂਗੇ ਕਿ ਜਿਹੜੀ ਕਿਊ ਹੈ ਉਹ ਅੰਡਰਫਲੋ ਤਾਂ ਨਹੀਂ ਹੈ। ਅੰਡਰਫਲੋ ਮੀਨਸ ਕਿਊ ਐਮਪਟੀ ਹੈ। ਸੋ ਇਫ ਫਰੰਟ ਇਜ਼ ਇਕੁਅਲ ਟੂ -1, ਇਨੀਸ਼ੀਅਲ ਕੰਡੀਸ਼ਨ ਆਪਣੀ ਇਹੀ ਹੁੰਦੀ ਹੈ ਕਿ ਜਦੋਂ ਕਿਊ ਐਮਪਟੀ ਹੁੰਦੀ ਹੈ, ਇਫ ਫਰੰਟ ਇਜ਼ ਇਕੁਅਲ ਟੂ -1 ਦੈਨ ਰਾਈਟ ਅੰਡਰਫਲੋ ਇਜ਼ ਇਕੁਅਲ ਟੂ ਐਗਜ਼ਿਟ। ਸੋ ਸਟੈਪ 2 ਕੀ ਹੋਏਗਾ? ਸੈਟ ਆਈਟਮ ਇਜ਼ ਇਕੁਅਲ ਟੂ ਕਿਊ ਫਰੰਟ, यानी कि अगर अंडरफ्लो नहीं है फिर आप नैक्सट आ जाएंगे सैट आइटम इज इक्वल टू क्यू फ्रंट। फ्रंट से जो भी एलीमेंट है वो कितने स्टोर हो जाएगा? आइटम के विच। दैन हुण आप फ्रंट में अपडेट करना है। इत्थे कंडीशन ध्यान नाल देखनी है, इफ फ्रंट इज इक्वल टू रीयर, जो आप लास्ट हुणी करके हटे हाँ कि अगर अपने को सिर्फ एक ही एलीमेंट है उस टाइम पर फ्रंट इज इक्वल टू रीयर होएगा। सो इफ फ्रंट इज इक्वल टू रीयर दैन की करना अपने सैट फ्रंट इज इक्वल टू रीयर इज इक्वल टू -1, यानी कि फ्रंट तो रीयर दोनों की वैल्यू आप कर देनी है -1। सो एक तरह का ये इनीशियल स्टेज पर वापस चला गया जदों क्यू एम्पटी हो जाएगी। सो जदों क्यू के सिर्फ एक ही एलीमेंट है उन्होंने डिलीट कर देंगे तो वापस ये अपनी इनीशियल स्टेज पर चला जाएगा जिथे फ्रंट तो रीयर दोनों की वैल्यू की हो जाएगी -1। दैन हुण अगर फ्रंट अपना लास्ट लोकेशन पर है, लास्ट यानी कि मैक्स -1, सो एल्स इफ फ्रंट इज इक्वल टू मैक्स -1 दैन फ्रंट कितने आ जाएगा 0 ते। सो सैट फ्रंट इज इक्वल टू 0। अदरवाइज एल्स की करना है, सिंपली फ्रंट में आप एक इंक्रीज कर देंगे। सो सैट फ्रंट इज इक्वल टू फ्रंट +1। सो लास्ट एंड ऑफ इफ स्टेटमेंट एंड एग्जिट। सो सिंपली अपने इतने फ्रंट में अपडेट करना है कि फ्रंट अगर रीयर के इक्वल है यानी कि अपने को एक ही एलीमेंट है तो इनीशियल स्टेज पर चले जाएंगे, -1 हो जाएगी दोनों की वैल्यू फ्रंट एंड रीयर की। अगर फ्रंट लास्ट है यानी कि मैक्स -1 ते है दैन फ्रंट की वैल्यू 0 हो जाएगी। अदरवाइज सिंपली फ्रंट इज इक्वल टू फ्रंट +1। सो इस तरीके नाल आपां डिलीट ऑपरेशन परफॉर्म करांगे क्यू ते। नैक्सट है इंसर्ट ऑपरेशन। सो इंसर्ट ऑपरेशन दे विच आपां पहला चैक करते हैं ओवरफ्लो, यानी कि क्यू अपनी फुल तो नहीं है। फुल वेले आपां 2 कंडीशनस चैक करांगे। सो ध्यान नाल देखो ये कंडीशनस। पहला केस तक ये आपां सिंपली क्यू दे विच सारे एलीमेंट्स 1 बाय 1 जदों इंसर्ट करते हैं तो उस टाइम ते क्यू कदों फुल होंदी है? फ्रंट इज इक्वल टू 0 एंड रीयर इज इक्वल टू मैक्स -1। पहला केस तो ये हो गया कि अगर फ्रंट की वैल्यू 0 है तो रीयर अपना लास्ट है, उस टाइम तो क्यू फुल है। या फिर फ्रंट इज इक्वल टू रीयर +1, उस टाइम तो भी क्यू की होंगी है फुल होंगी है। तो आप की प्रिंट करावांगे ओवरफ्लो एंड एग्जिट। सो इत्थे एंड तो और ऑपरेटर का ध्यान देना है। सो इस कंडीशन एंड लग्या होया है, यानी कि एक सिंगल कंडीशन है और दिस सैकेंड कंडीशन। इन्होंने दोनों चो अगर एक भी कंडीशन ट्रू है इट मीनस ओवरफ्लो एंड आप एग्जिट कर देंगे, यानी कि ये आप होर एलीमेंट इंसर्ट नहीं कर सकते। सो अदरवाइज नहीं फिर आप करांगे, हुण आपने रीयर नूं अपडेट करना है क्योंकि आप हमेशा इंसर्ट कित्थे करते हैं? रीयर दे उत्ते। सो पहला रीयर नूं अपडेट करांगे फिर उत्थे एलीमेंट नूं इंसर्ट करांगे। सो अगर तो आप देखो इनीशियल स्टेज पर हाँ, इनीशियल यानी कि बिल्कुल एम्पटी स्टेज पर हाँ कि क्यू अपना एम्पटी है, उस टाइम पर की होएगा? इफ फ्रंट इज इक्वल टू -1 एंड रीयर इज इक्वल टू -1। अगर तो दोनों की वैल्यू -1 है दैन की करना है? सैट फ्रंट इज इक्वल टू रीयर इज इक्वल टू 0। उस टाइम पर आप दोनों की वैल्यू की कर देंगे? 0 कर देंगे, यानी कि अपना क्यू उस टाइम पर की है? एम्पटी है। दोनों की वैल्यू -1 है,
ਤਾਂ ਉਸ ਟਾਈਮ ਤੇ ਫਰੰਟ ਤੇ ਰੀਅਰ ਦੋਨੋਂ ਕੀ ਹੋ ਜਾਣਗੇ 0 ਹੋ ਜਾਣਗੇ। ਐਲਸ ਇਫ ਰੀਅਰ ਇਜ਼ ਇਕੁਅਲ ਟੂ ਮੈਕਸ ਮਾਈਨਸ 1, ਰੀਅਰ ਅਗਰ ਆਪਣਾ ਲਾਸਟ ਤੇ ਹੈ ਮੈਕਸ ਮਾਈਨਸ 1 ਤੇ ਹੈ ਦੈਨ ਸੈਟ ਰੀਅਰ ਇਜ਼ ਇਕੁਅਲ ਟੂ 0, ਫਿਰ ਆਪਾਂ ਰੀਅਰ ਨੂੰ ਘੁਮਾ ਕੇ ਦੁਬਾਰਾ 0 ਤੇ ਲਿਆਵਾਂਗੇ। ਐਲਸ ਸਿੰਪਲੀ ਰੀਅਰ ਨੂੰ ਇੱਕ ਪਲੱਸ ਕਰ ਦਾਂਗੇ। ਸੋ ਸੈਟ ਰੀਅਰ ਇਜ਼ ਇਕੁਅਲ ਟੂ ਰੀਅਰ ਪਲੱਸ 1। ਸੋ ਇਸ ਤਰੀਕੇ ਨਾਲ ਰੀਅਰ ਨੂੰ ਆਪਾਂ ਅਪਡੇਟ ਕਰਾਂਗੇ ਐਂਡ ਦੈਨ ਰੀਅਰ ਦੇ ਉੱਤੇ ਆਈਟਮ ਨੂੰ ਇਨਸਰਟ ਕਰ ਦਾਂਗੇ। ਸੋ ਕਿਊ ਰੀਅਰ ਇਜ਼ ਇਕੁਅਲ ਟੂ ਆਈਟਮ। ਸੋ ਥਰਡ ਸਟੈਪ ਹੈ ਸੈਟ ਕਿਊ ਰੀਅਰ ਇਜ਼ ਇਕੁਅਲ ਟੂ ਆਈਟਮ। ਸੋ ਉੱਥੇ ਆਪਣੀ ਆਈਟਮ ਇਨਸਰਟ ਹੋ ਜਾਏਗੀ ਐਂਡ ਦੈਨ ਐਗਜ਼ਿਟ। ਸੋ ਇੱਥੇ ਕੰਡੀਸ਼ਨਸ ਕਾਫੀ ਇੰਪੋਰਟੈਂਟ ਨੇ। ਸੋ ਦੁਬਾਰਾ ਅਗਰ ਨਹੀਂ ਵੀ ਸਮਝ ਆਇਆ ਤਾਂ ਇੱਕ ਵਾਰੀ ਦੁਬਾਰਾ ਜਿਹੜੀ ਐਗਜ਼ਾਮਪਲਸ 'ਚ ਮੈਂ ਤੁਹਾਨੂੰ ਕੰਡੀਸ਼ਨਸ ਐਕਸਪਲੇਨ ਕੀਤੀਆਂ ਨੇ ਪਹਿਲਾਂ ਉਹ ਦੇਖੋ, ਫਿਰ ਉਸ ਤੋਂ ਬਾਅਦ ਐਲਗੋਰਿਦਮ ਨੂੰ ਧਿਆਨ ਨਾਲ ਰੀਡ ਕਰੋ ਤੇ ਕਾਫੀ ਈਜ਼ੀਲੀ ਸਮਝ ਆ ਜਾਏਗਾ। ਥੈਂਕ ਯੂ।